Dear students, good evening to all of you. ਅੱਜ ਦਾ ਆਪਣਾ ਟੌਪਿਕ ਹੈ ਬੇਟਾ ਕੂਲਿੰਗ ਡਾਊਨ ਐਂਡ ਇੰਟਰਵੈਲ ਟ੍ਰੇਨਿੰਗ ਮੈਥਡ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਕੂਲਿੰਗ ਡਾਊਨ। ਪਹਿਲਾਂ ਆਪਾਂ ਕੀਤਾ ਸੀਗਾ ਵਾਰਮਿੰਗ ਅਪ। ਕੂਲਿੰਗ ਡਾਊਨ ਦਾ ਮਤਲਬ ਹੈ ਕਿ ਸਰੀਰ ਨੂੰ ਠੰਡਾ ਕਰਨਾ। ਸਰੀਰ ਨੂੰ ਜਦੋਂ ਅਸੀਂ ਗਰਮ ਕਰਦੇ ਹਾਂ, ਹੁਣ ਆਪਾਂ ਪੜ੍ਹਦੇ ਹਾਂ ਵਾਟ ਇਜ਼ ਕੂਲਿੰਗ ਡਾਊਨ। ਜਦੋਂ ਕੋਈ ਵੀ ਪ੍ਰਤੀਯੋਗਤਾ ਹੁੰਦੀ ਉਸ ਤੋਂ ਪਹਿਲਾਂ ਸਰੀਰ ਨੂੰ ਵਾਰਮ ਅਪ ਕੀਤਾ ਜਾਂਦਾ ਹੈ ਔਰ ਖੇਡ ਤੋਂ ਬਾਅਦ ਕੂਲਿੰਗ ਡਾਊਨ ਕੀਤਾ ਜਾਂਦਾ ਹੈ। ਖੇਡ ਦੇ ਸਮੇਂ ਖਿਡਾਰੀ ਦੇ ਸਰੀਰ ਦਾ ਜਿਹੜਾ ਤਾਪਮਾਨ ਆ ਉਹ ਬਹੁਤ ਵੱਧ ਜਾਂਦਾ ਹੈ, ਜਿਸ ਨਾਲ ਉਸਦੀ ਸਰੀਰਕ ਜਿਹੜੀ ਪ੍ਰਣਾਲੀ ਹੈ, ਖਾਸ ਕਰਕੇ ਉਹਦਾ ਬਲੱਡ ਸਰਕੂਲੇਟ, ਰੈਸਪੀਰੇਟਰੀ ਸਿਸਟਮ, ਮਸਲਸ ਪ੍ਰਣਾਲੀ ਹੈ ਜਿਹੜੀ ਉਹ ਬੜੀ ਤੇਜ਼ੀ ਨਾਲ ਕੰਮ ਕਰਦੀਆਂ ਨੇ। ਸਰੀਰ ਨੂੰ ਠੰਡਾ ਕਰਨ ਦੀ ਜਿਹੜੀ ਕਿਰਿਆ ਦੇ ਨਾਲ ਸਰੀਰ ਦੇ ਤਾਪਮਾਨ ਅਤੇ ਕਾਰਜ ਪ੍ਰਣਾਲੀ ਨੂੰ ਸਹੀ ਢੰਗ ਦੇ ਨਾਲ ਸਧਾਰਨ ਅਵਸਥਾ ਵਿੱਚ ਲਿਆਉਣਾ ਹੁੰਦਾ ਹੈ। ਖੇਡ ਖਤਮ ਹੋਣ ਤੋਂ ਤੁਰੰਤ ਬਾਅਦ ਖਿਡਾਰੀ ਹੈ ਜਿਹੜਾ ਉਸਨੂੰ ਟਰੈਕ ਸੂਟ ਪਾ ਲੈਣਾ ਚਾਹੀਦਾ ਹੈ ਤਾਂ ਕਿ ਗਰਮ ਹੋਏ ਸਰੀਰ ਨੂੰ ਠੰਡੀ ਹਵਾ ਨਾ ਲੱਗੇ। ਇਸ ਤੋਂ ਬਾਅਦ ਖਿਡਾਰੀ ਨੂੰ ਹਲਕੀ ਰਫ਼ਤਾਰ ਨਾਲ ਦੌੜਦੇ ਹੋਏ ਖੇਡ ਮੈਦਾਨ ਦੇ ਚੱਕਰ ਲਾਉਣੇ ਚਾਹੀਦੇ ਹਨ ਅਤੇ ਹਲਕੀਆਂ ਕਸਰਤਾਂ ਨਾਲ ਜਿਹੜੀਆਂ ਮਾਸਪੇਸ਼ੀਆਂ ਉਹਨਾਂ ਨੂੰ ਖਿੱਚਣਾ ਚਾਹੀਦਾ ਹੈ। ਇਸ ਨਾਲ ਖਿਡਾਰੀ ਦੇ ਸਰੀਰ ਦਾ ਜਿਹੜਾ ਤਾਪਮਾਨ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਸਦੀ ਸਰੀਰਕ ਪ੍ਰਣਾਲੀ ਹੈ ਜਿਹਦੇ ਵਿੱਚ ਸਧਾਰਨ ਅਵਸਥਾ ਦੇ ਵਿੱਚ ਆ ਜਾਂਦੀ ਹੈ। ਹੁਣ ਆਪਾਂ ਕਰਦੇ ਹਾਂ ਇਫੈਕਟਸ ਆਫ ਕੂਲਿੰਗ ਡਾਊਨ ਔਨ ਬੋਡੀ ਦੇ ਉੱਪਰ ਜਿਹੜੇ ਠੰਡਾ ਕਰਨ ਦਾ ਕੀ ਪ੍ਰਭਾਵ ਪੈਂਦਾ ਹੈ। ਫਸਟ ਹੈ ਆਪਣਾ ਨਾਰਮਲਾਈਜੇਸ਼ਨ ਆਫ ਬੋਡੀ ਸਿਸਟਮਸ। ਸਰੀਰਕ ਪ੍ਰਣਾਲੀ ਦਾ ਸਧਾਰਨ ਹੋਣਾ ਕਿਵੇਂ ਹੁੰਦੀ ਹੈ। ਖੇਡ ਦੇ ਸਮੇਂ ਖਿਡਾਰੀ ਜਿਹੜਾ ਉਹਦੀਆਂ ਸਰੀਰਕ ਪ੍ਰਣਾਲੀਆਂ ਬਹੁਤ ਤੇਜ਼ੀ ਨਾਲ ਕੰਮ ਕਰਦੀਆਂ ਹਨ। ਬੋਡੀ ਹੈ ਜਿਹੜੀ ਬਹੁਤ ਫਾਸਟ ਹੋ ਜਾਂਦੀ ਹੈ। ਦਿਲ ਦੀ ਧੜਕਣ ਸਧਾਰਨ ਗਤੀ ਹੈ ਜਿਹੜੀ ਉਹਦੀ 72 ਪ੍ਰਤੀ ਮਿੰਟ ਤੋਂ ਵੱਧ ਕੇ ਜਿਹੜੀ 160 ਤੋਂ 170 ਤੱਕ ਪ੍ਰਤੀ ਮਿੰਟ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਸਾਹ ਕਿਰਿਆ ਪ੍ਰਣਾਲੀ ਹੈ ਜਿਹੜੀ ਉਹ ਮਾਸਪੇਸ਼ੀਆਂ ਵਿੱਚ ਤੇਜ਼ੀ ਨਾਲ ਕੰਮ ਕਰਦੀਆਂ ਹਨ। ਖੇਡ ਤੋਂ ਬਾਅਦ ਸਰੀਰ ਨੂੰ ਠੰਡਾ ਕਰਨ ਦੇ ਨਾਲ ਇਹ ਕਾਰਜ ਪ੍ਰਣਾਲੀ ਹੌਲੀ ਆਪਣੀ ਸਧਾਰਨ ਅਵਸਥਾ ਵਿੱਚ ਆ ਜਾਂਦੀ ਹੈ। ਸੈਕਿੰਡ ਹੈ ਰਿਲੀਫ ਫਰੋਮ ਫਿਜ਼ੀਕਲ ਐਂਡ ਮੈਂਟਲ ਸਟ੍ਰੈਸ। ਜਿਹੜਾ ਆਪਣਾ ਸਰੀਰਕ ਅਤੇ ਮਾਨਸਿਕ ਤਣਾਅ ਹੈ ਜਦੋਂ ਅਸੀਂ ਕੂਲਿੰਗ ਡਾਊਨ ਕਰਦੇ ਹਾਂ ਉਹਦੇ ਨਾਲ ਇਹ ਘਟ ਜਾਂਦਾ ਹੈ। ਠੰਡਾ ਕਰਨ ਦੇ ਨਾਲ ਖਿਡਾਰੀ ਦੀ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਉਹ ਹਲਕਾ ਮਹਿਸੂਸ ਕਰਦਾ ਹੈ। ਸਰੀਰਕ ਪ੍ਰਣਾਲੀ ਹੈ ਜਿਹੜੀ ਉਹ ਸਧਾਰਨ ਅਵਸਥਾ ਵਿੱਚ ਆਉਣ ਨਾਲ ਖਿਡਾਰੀ ਦੇ ਦਿਮਾਗ ਅਤੇ ਬਾਕੀ ਸਰੀਰਕ ਅੰਗਾਂ ਨੂੰ ਸਹੀ ਮਾਤਰਾ ਵਿੱਚ ਆਕਸੀਜਨ ਮਿਲਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਉਸ ਦਾ ਮਾਨਸਿਕ ਤਣਾਅ ਜਿਹੜਾ ਉਹ ਘਟ ਜਾਂਦਾ ਹੈ। ਨੈਕਸਟ ਹੈ ਨਾਰਮਲਾਈਜੇਸ਼ਨ ਆਫ ਬੋਡੀ ਟੈਂਪਰੇਚਰ। ਸਰੀਰਕ ਜਿਹੜਾ ਤਾਪਮਾਨ ਆ ਉਹ ਸਾਡੀ ਬੋਡੀ ਦਾ ਸਧਾਰਨ ਅਵਸਥਾ ਵਿੱਚ ਆ ਜਾਂਦਾ ਹੈ। ਜਦੋਂ ਅਸੀਂ ਗੇਮ ਕਰਦੇ ਹਾਂ ਅਸੀਂ ਪੂਰੇ ਵਾਰਮ ਅਪ ਹੋਏ ਹੁੰਦੇ ਹਾਂ ਅਤੇ ਕੂਲਿੰਗ ਡਾਊਨ ਦੇ ਨਾਲ ਜਿਹੜਾ ਸਾਡਾ ਸਰੀਰ ਦਾ ਤਾਪਮਾਨ ਆ ਉਹ ਸਧਾਰਨ ਅਵਸਥਾ ਵਿੱਚ ਹੋ ਜਾਂਦਾ ਹੈ। ਸਰੀਰ ਨੂੰ ਹਲਕੀਆਂ ਕਸਰਤਾਂ ਕਰਕੇ ਠੰਡਾ ਕਰਨ ਦੇ ਨਾਲ ਖਿਡਾਰੀ ਦੇ ਸਰੀਰ ਦਾ ਤਾਪਮਾਨ ਆ ਜਿਹੜਾ ਹੌਲੀ ਸਧਾਰਨ ਹਾਲਤ ਵਿੱਚ ਆ ਜਾਂਦਾ ਹੈ। ਜੇਕਰ ਸਰੀਰ ਨੂੰ ਕਸਰਤ ਨਾਲ ਠੰਡਾ ਨਾ ਕੀਤਾ ਜਾਵੇ ਤਾਂ ਸਰੀਰ ਦਾ ਜੋ ਤਾਪਮਾਨ ਆ ਉਹ ਤੇਜ਼ੀ ਨਾਲ ਹੇਠਾਂ ਆਉਂਦਾ ਹੈ, ਜਿਸ ਨਾਲ ਅਸੀਂ ਗਰਮ ਸਰਦ ਵੀ ਹੋ ਸਕਦੇ ਹਾਂ ਅਤੇ ਖਿਡਾਰੀ ਹੈ ਜਿਹੜਾ ਉਹ ਬਿਮਾਰ ਵੀ ਹੋ ਸਕਦਾ ਹੈ। ਨੈਕਸਟ ਹੈ ਸਾਡਾ ਰਿਮੂਵਲ ਆਫ ਫਟੀਗ। ਥਕਾਵਟ ਛੇਤੀ ਨਾਲ ਦੂਰ ਹੁੰਦੀ ਹੈ ਕੂਲਿੰਗ ਡਾਊਨ ਕਰਨ ਨਾਲ। ਸਾਡਾ ਸਰੀਰ ਅਸੀਂ ਕਦੋਂ ਵੀ ਕੋਈ ਗੇਮ ਕਰਦੇ ਹਾਂ ਜਾਂ ਅਸੀਂ ਦੌੜਾਂ ਲਾਉਂਦੇ ਹਾਂ ਤਾਂ ਅਸੀਂ ਇੱਕੋ ਦਮ ਛੱਡ ਕੇ ਜੇ ਬੈਠ ਜਾਂਦੇ ਹਾਂ ਤਾਂ ਅਗਲੇ ਦਿਨ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਗਾ, ਬੜੀ ਥਕਾਵਟ ਮਹਿਸੂਸ ਹੁੰਦੀ ਹੈ। ਇਹ ਜਦੋਂ ਅਸੀਂ ਕੂਲਿੰਗ ਡਾਊਨ ਕਰਦੇ ਹਾਂ ਤਾਂ ਸਾਡੀ ਜਿਹੜੀ ਥਕਾਵਟ ਆ ਉਹ ਦੂਰ ਹੋ ਜਾਂਦੀ ਹੈ ਬਹੁਤ ਜਲਦੀ। ਕਿਵੇਂ? ਜਦੋਂ ਖਿਡਾਰੀ ਤੇਜ਼ੀ ਦੇ ਨਾਲ ਖੇਡ ਰਿਹਾ ਹੁੰਦਾ ਹੈ ਤਾਂ ਉਸਦਾ ਜਿਹੜਾ ਊਰਜਾ ਹੈ ਉਹ ਬਹੁਤ ਖਪਤ ਹੋ ਜਾਂਦੀ ਹੈ। ਸਰੀਰ ਵਿੱਚ ਕਈ ਤਰ੍ਹਾਂ ਦੇ ਜਿਹੜੇ ਵਾਧੂ ਪਦਾਰਥ ਉਹ ਪੈਦਾ ਹੋ ਜਾਂਦੇ ਹਨ। ਇਸ ਵਾਧੂ ਪਦਾਰਥਾਂ ਵਿੱਚ ਜਿਹੜੀਆਂ ਮਾਸਪੇਸ਼ੀਆਂ ਉਹਨਾਂ ਦੇ ਵਿੱਚ ਲੈਕਟਿਕ ਐਸਿਡ ਬਣਦਾ। ਖੇਡਣ ਤੋਂ ਬਾਅਦ ਹਲਕੀਆਂ ਕਸਰਤਾਂ ਕਰਕੇ ਜਿਹੜਾ ਲੈਕਟਿਕ ਐਸਿਡ ਆ ਉਹਨੂੰ ਇੱਕ ਥਾਂ 'ਤੇ ਇਕੱਠਾ ਹੋਣ ਤੋਂ ਰੋਕਿਆ ਜਾਂਦਾ ਹੈ। ਜੇਕਰ ਖਿਡਾਰੀ ਨੂੰ ਸਰੀਰ ਨੂੰ ਠੰਡਾ ਨਹੀਂ ਕਰਦਾ ਤਾਂ ਜਿਹੜਾ ਲੈਕਟਿਕ ਐਸਿਡ ਆ ਸਰੀਰ ਦੀਆਂ ਸਾਰੀਆਂ ਮਾਸਪੇਸ਼ੀਆਂ ਵਿੱਚ ਇਕੱਠਾ ਹੋ ਕੇ ਉਸ ਨੂੰ ਜਕੜ ਲੈਂਦਾ। ਸਾਡੀ ਬੋਡੀ ਜਕੜ ਜਾਂਦੀ ਹੈ, ਸੁਬਾਹ ਸਾਡੇ ਤੋਂ ਉੱਠਿਆ ਨਹੀਂ ਜਾਂਦਾ। ਲੈਕਟਿਕ ਐਸਿਡ ਦੇ ਜੰਮਣ ਨਾਲ ਜਿਹੜੀਆਂ ਮਾਸਪੇਸ਼ੀਆਂ ਉਹਨਾਂ ਵਿੱਚ ਦਰਦ ਹੋਣ ਲੱਗਦਾ ਹੈ। ਨੈਕਸਟ ਸਾਡਾ ਟੌਪਿਕ ਹੈ ਬੇਟਾ ਮੀਨਿੰਗ ਆਫ ਇੰਟਰਵੈਲ ਟ੍ਰੇਨਿੰਗ ਮੈਥਡ। ਹੁਣ ਇੰਟਰਵੈਲ ਟ੍ਰੇਨਿੰਗ ਮੈਥਡ ਕੀ ਹੈਗਾ ਕਿ ਇੰਟਰਵੈਲ ਕੀ ਹੈ? ਜਦੋਂ ਅਸੀਂ ਕੋਈ ਵੀ ਐਕਟੀਵਿਟੀ ਕਰਦੇ ਹਾਂ ਜਾਂ ਕੋਈ ਵੀ ਅਸੀਂ ਸਿਖਲਾਈ ਵਿਧੀ ਕਰਦੇ ਹਾਂ, ਇਹ ਸਿਖਲਾਈ ਦਾ ਇੱਕ ਪਾਰਟ ਹੈ। ਉਹਨੂੰ ਅਸੀਂ ਰੁਕ ਕੇ ਕਰਨਾ, ਪਰ ਰੁਕਣਾ ਨਹੀਂ, ਪਹਿਲਾਂ ਫਾਸਟ ਕਰਨਾ ਫਿਰ ਹੌਲੀ ਕਰਨਾ, ਉਹਨੂੰ ਇੰਟਰਵੈਲ ਟ੍ਰੇਨਿੰਗ ਮੈਥਡ ਕਿਹਾ ਜਾਂਦਾ ਹੈ। ਜਿਹੜੀ ਅੰਤਰਾਲ ਸਿਖਲਾਈ ਵਿਧੀ ਹੈ ਉਹ ਭਾਰ ਅਤੇ ਜਿਹੜੀ ਮੁੜ ਪ੍ਰਾਪਤੀ ਦੇ ਸਿਧਾਂਤ ਉੱਪਰ ਕੰਮ ਕਰਦੀ ਹੈ, ਜਿਸ ਨਾਲ ਖਿਡਾਰੀ ਦੀ ਜਿਹੜੀ ਰਫ਼ਤਾਰ ਅਤੇ ਸਹਿਣਸ਼ੀਲਤਾ ਦਾ ਵਿਕਾਸ ਹੁੰਦਾ ਹੈ।
ਇਹ ਸਾਡੀ ਇੰਡੋਰੈਂਸ ਪਾਵਰ ਨੂੰ ਡਿਵੈਲਪ ਕਰਦੀ ਹੈ। ਇੰਟਰਵਲ ਟ੍ਰੇਨਿੰਗ ਮੈਥਡ ਆ ਜਿਹੜਾ, ਇਸ ਸਿਖਲਾਈ ਵਿਧੀ ਵਿੱਚ ਦੌੜ ਦੇ ਨਾਲ ਆਰਾਮ ਦੀ ਸਥਿਤੀ ਵੀ ਆਉਂਦੀ ਹੈ, ਪਰ ਇਹ ਆਧਾਰ ਆਰਾਮ ਹੁੰਦਾ ਹੈ। ਜ਼ਿਆਦਾਤਰ ਸਿਖਲਾਈ ਜਿਹੜੀ ਟਰੈਕ ਵਿੱਚ ਕੀਤੀ ਜਾਂਦੀ ਹੈ। ਟਰੈਕ ਦਾ ਇੱਕ ਚੱਕਰ ਪੂਰੀ ਗਤੀ ਨਾਲ ਅਸੀਂ ਨਿਸ਼ਚਿਤ ਸਮੇਂ ਵਿੱਚ ਲਾਉਂਦੇ ਹਾਂ ਤਾਂ ਕਿ ਖਿਡਾਰੀ ਦੀ ਜਿਹੜੀ ਦਿਲ ਦੀ ਗਤੀ ਹੈ ਉਹ 160 ਤੋਂ 180 ਪ੍ਰਤੀ ਮਿੰਟ ਤੱਕ ਪਹੁੰਚ ਜਾਵੇ। ਇਸ ਤੋਂ ਬਾਅਦ ਖਿਡਾਰੀ ਨੂੰ ਆਰਾਮ ਨਾਲ ਹੌਲੀ ਹੌਲੀ ਦੌੜਨ ਲਈ ਕਿਹਾ ਜਾਂਦਾ ਹੈ। ਇੱਕ ਵਾਰੀ ਫਾਸਟ, ਇੱਕ ਵਾਰੀ ਹੌਲੀ, ਮਤਲਬ ਜੋਗਿੰਗ ਕਰਦਾ ਹੈ। ਜਦੋਂ ਖਿਡਾਰੀ ਦੀ ਜਿਹੜੀ ਦਿਲ ਦੀ ਧੜਕਣ ਹੈ 120 ਤੋਂ 130 ਪ੍ਰਤੀ ਮਿੰਟ ਤੱਕ ਆਉਂਦੀ ਹੈ ਤਾਂ ਉਸ ਨੂੰ ਫਿਰ ਪੂਰੀ ਗਤੀ ਦੇ ਨਾਲ ਅਗਲਾ ਚੱਕਰ ਲਾਉਣਾ ਪੈਂਦਾ ਹੈ। ਇਸ ਤਰ੍ਹਾਂ ਇਸ ਪ੍ਰਕਿਰਿਆ ਨੂੰ ਪਹਿਲਾਂ ਤੋਂ ਹੀ ਕੋਚ ਵੱਲੋਂ ਨਿਰਧਾਰਿਤ ਕੀਤੇ ਚੱਕਰ ਤੱਕ ਵਾਰ-ਵਾਰ ਕੀਤਾ ਜਾਂਦਾ ਹੈ। ਇਸ ਸਿਖਲਾਈ ਰਾਹੀਂ ਖਿਡਾਰੀ ਨੂੰ ਰੋਕ ਕੇ ਆਰਾਮ ਨਹੀਂ ਕਰਨਾ ਪੈਂਦਾ, ਬਲਕਿ ਜੋਗਿੰਗ ਕਰਦੇ ਸਮੇਂ ਹੀ ਆਰਾਮ ਕਰਦਾ ਹੈ। ਖਿਡਾਰੀ ਪੂਰੀ ਸਿਖਲਾਈ ਦੌਰਾਨ ਪੂਰਾ ਆਰਾਮ ਨਹੀਂ ਕਰ ਸਕਦਾ ਅਤੇ ਥਕਾਵਟ ਦੀ ਹਾਲਤ ਵਿੱਚ ਹੀ ਉਸ ਨੂੰ ਅਗਲਾ ਭਾਰ ਆ ਜਿਹੜਾ ਦਿੱਤਾ ਜਾਂਦਾ ਹੈ। ਥਕਾਵਟ ਦੀ ਹਾਲਤ ਵਿੱਚ ਵਾਰ-ਵਾਰ ਕੰਮ ਕਰਨ ਨਾਲ ਦਿਲ ਅਤੇ ਫੇਫੜਿਆਂ ਉੱਪਰ ਭਾਰ ਪੈਂਦਾ ਹੈ, ਜਿਸ ਨਾਲ ਉਸ ਦੀ ਕਾਰਡੀਓਵੈਸਕੂਲਰ ਜਿਹੜੀ ਯੋਗਤਾ ਹੈ ਉਹਦੇ ਵਿੱਚ ਵਾਧਾ ਹੁੰਦਾ ਹੈ। ਖਿਡਾਰੀ ਨੂੰ ਪੂਰੀ ਸਿਖਲਾਈ ਦੌਰਾਨ ਆਕਸੀਜਨ ਰਿਨ ਦੀ ਹਾਲਤ ਵਿੱਚ ਕੰਮ ਨੂੰ ਜਾਰੀ ਰੱਖਣਾ ਪੈਂਦਾ ਹੈ, ਜਿਸ ਨਾਲ ਖਿਡਾਰੀ ਦੀ ਐਰੋਬਿਕ ਯੋਗਤਾ ਉਹਦੇ ਵਿੱਚ ਉਹਦਾ ਵਿਕਾਸ ਹੁੰਦਾ ਹੈ। ਜਿਹੜੀ ਹੁਣ ਇੰਟਰਵਲ ਟ੍ਰੇਨਿੰਗ ਮੈਥਡ ਹੈ, ਇਹਦੇ ਦੋ ਤਰੀਕੇ ਹੈਗੇ ਆ। ਇੱਕ ਹੈ ਸਲੋ ਇੰਟਰਵਲ ਮੈਥਡ ਅਤੇ ਇੱਕ ਹੈ ਫਾਸਟ ਇੰਟਰਵਲ ਮੈਥਡ। ਜਿਹੜਾ ਸਲੋ ਇੰਟਰਵਲ ਮੈਥਡ ਹੈ ਇਹ ਹੈਗੀ ਵਿਸਥਾਰ ਵਿਧੀ। ਇਸ ਵਿਧੀ ਵਿੱਚ ਖਿਡਾਰੀ ਜਿਹੜੀ ਆਪਣੀ 60 ਤੋਂ 80 ਤੱਕ ਗਤੀ ਨਾਲ ਕੰਮ ਕਰਦਾ ਹੈ, ਦੌੜ ਲਾਉਂਦਾ ਹੈ। ਇਸ ਦੌੜ ਦੀ ਦੂਰੀ ਵੱਧ ਹੁੰਦੀ ਹੈ ਜਦਕਿ ਵੇਗ ਮੱਧ ਦਰਜੇ ਦਾ ਹੁੰਦਾ ਹੈ। ਮਤਲਬ ਕੰਮ ਇਹ ਸਲੋ ਹੈਗਾ। ਜਿਹੜਾ ਇਸ ਸਿਖਲਾਈ ਦੌਰਾਨ ਦਿਲ ਦੀ ਜਿਹੜੀ ਧੜਕਣ ਉਹ 140 ਤੋਂ 180 ਪ੍ਰਤੀ ਮਿੰਟ ਹੁੰਦੀ ਹੈ। ਅਤੇ ਜੋ ਫਾਸਟ ਇੰਟਰਵਲ ਟ੍ਰੇਨਿੰਗ ਮੈਥਡ ਹੈ ਇਸ ਵਿੱਚ ਦੌੜ ਦੀ ਜਿਹੜੀ ਦੂਰੀ ਆ ਉਹ ਘੱਟ ਰੱਖੀ ਜਾਂਦੀ ਹੈ, ਪਰ ਜਿਹੜਾ ਕੰਮ ਆ ਵੇਗ ਆ ਉਹ ਤੇਜ਼ ਹੁੰਦਾ ਹੈ। ਇਸ ਵਿੱਚ ਖਿਡਾਰੀ ਆਪਣੀ ਯੋਗਤਾ ਦਾ 80 ਤੋਂ 100% ਜਿਹੜਾ ਜ਼ੋਰ ਲਾਉਂਦਾ ਹੈ, ਭਾਵ ਆਪਣੀ ਪੂਰੀ ਗਤੀ ਨਾਲ ਕੰਮ ਕਰਦਾ ਹੈ ਅਤੇ ਦਿਲ ਦੀ ਜੋ ਧੜਕਣ ਆ ਉਹ 170 ਤੋਂ 200 ਪ੍ਰਤੀ ਮਿੰਟ ਤੱਕ ਪਹੁੰਚ ਜਾਂਦੀ ਹੈ। ਹੁਣ ਇਹਦੀ ਸਾਨੂੰ ਐਡਵਾਂਟੇਜ ਕੀ ਨੇ? ਇੰਟਰਵਲ ਟ੍ਰੇਨਿੰਗ ਮੈਥਡ ਦੇ ਲਾਭ ਕੀ ਹੈ? ਇਸ ਨਾਲ ਜਿਹੜਾ ਖਿਡਾਰੀ ਹੈ ਆਪਣੀ ਪ੍ਰਤੀਯੋਗਤਾ ਜਿਹੜੀ ਖੁਦ ਅੰਦਾਜ਼ਾ ਲਾ ਲੈਂਦਾ। ਸਾਨੂੰ ਪਤਾ ਲੱਗ ਜਾਂਦਾ ਕਿ ਮੇਰੇ 'ਚ ਜਿਹੜੀ ਸਿਖਲਾਈ ਦੀ ਯੋਗਤਾ ਉਹ ਕਿੰਨੀ ਡਿਵੈਲਪ ਹੋ ਗਈ ਹੈ। ਜਿਹੜਾ ਕੋਚ ਹੈ ਉਹਦੇ ਸਾਹਮਣੇ ਸਿਖਲਾਈ ਉਹਦੀ ਨਿਗਰਾਨੀ ਦੇ ਵਿੱਚ ਕੀਤੀ ਜਾਂਦੀ ਹੈ। ਕੰਮ ਦੇ ਭਾਰ ਨੂੰ ਘਟਾਇਆ ਜਾਂ ਵਧਾਇਆ ਆਪਦੀ ਮਰਜ਼ੀ ਨਾਲ ਜਾ ਸਕਦਾ ਹੈ। ਇਸ ਵਿਧੀ ਦੇ ਨਾਲ ਖਿਡਾਰੀ ਖੇਡਣ ਤੋਂ ਬਾਅਦ ਛੇਤੀ ਆਰਾਮ ਦੀ ਸਥਿਤੀ ਵਿੱਚ ਵੀ ਆ ਜਾਂਦਾ ਹੈ। ਇਸ ਨਾਲ ਦਿਲ ਦੇ ਕੰਮ ਕਰਨ ਦੀ ਯੋਗਤਾ ਵਿੱਚ ਸੁਧਾਰ ਆਉਂਦਾ ਹੈ। ਇਸ ਸਿਖਲਾਈ ਵਿਧੀ ਨਾਲ ਥੋੜ੍ਹੇ ਸਮੇਂ ਵਿੱਚ ਹੀ ਸਹਿਣਸ਼ੀਲਤਾ ਨੂੰ ਵਧਾਇਆ ਜਾਂਦਾ ਹੈ। ਸਭ ਤੋਂ ਮੇਨ ਗੱਲ ਕੀ ਹੈ ਕਿ ਇਹਦੇ ਨਾਲ ਸਾਡੀ ਜਿਹੜੀ ਇੰਟਰਵਲ ਟ੍ਰੇਨਿੰਗ ਮੈਥਡ ਹੈ ਇਹਦੇ ਨਾਲ ਸਾਡੀ ਇੰਡੋਰੈਂਸ ਪਾਵਰ ਹੈ ਜਿਹੜੀ ਉਹ ਡਿਵੈਲਪ ਹੁੰਦੀ ਹੈ। ਇਸ ਤਰ੍ਹਾਂ ਬੱਚੇ ਆਪਣਾ ਇਹ ਟੌਪਿਕ ਸੀ ਜਿਹੜਾ ਵਾਰਮਿੰਗ ਅਪ ਅਤੇ ਕੂਲਿੰਗ ਡਾਊਨ, ਇਹ ਖਤਮ ਹੋ ਗਿਆ ਹੈ। ਨੈਕਸਟ ਆਪਾਂ ਜਿਹੜੀ ਕਰਨੀ ਹੈਗੀ ਆ ਉਹ ਸਰਕਟ ਟ੍ਰੇਨਿੰਗ ਮੈਥਡ ਆ ਜਿਹੜਾ ਆਪਾਂ ਉਹ ਕੱਲ੍ਹ ਕਰਾਂਗੇ। ਥੈਂਕਸ ਜੀ।